हाँ जी, सत श्री अकाल जी सारे। वेलकम बैक टू आवर चैनल द बेस्ट इंग्लिश एक्सपर्ट्स। टुडे वी आर गोइंग टू टॉक अबाउट वन न्यू फार्मूला ऑफ IELTS स्पीकिंग विच इज फार्मूला नंबर 4 फेवरेट। सो ਅੱਜ ਆਪਾਂ ਗੱਲ ਕਰਾਂਗੇ ਫੇਵਰਿਟ ਟੌਪਿਕ ਦੇ ਉੱਪਰ। ਜਿੰਨੇ ਵੀ ਆਪਾਂ ਨੂੰ ਕਿਊ ਕਾਰਡ ਹੁੰਦੇ ਨੇ ਉਹਨਾਂ ਨੂੰ ਕਿੱਦਾਂ ਆਪਾਂ ਇੱਕ ਫਾਰਮੂਲੇ ਦੇ ਵਿੱਚ ਇੱਕ ਪੈਟਰਨ ਦੇ ਵਿੱਚ ਰਨ ਕਰਨਾ ਹੈ, ਉਸ ਦਾ ਇੱਕ ਫਾਰਮੂਲਾ ਅੱਜ ਤੁਹਾਡੇ ਸਾਹਮਣੇ ਲੈ ਕੇ ਆਏ। ਸੋ ਜਿਹੜੇ ਵੀ ਯੂਜ਼ਰਸ ਮੇਰੇ ਚੈਨਲ ਉੱਤੇ ਨਵੇਂ ਨੇ ਪਲੀਜ਼ ਡੂ ਸਬਸਕ੍ਰਾਈਬ ਮਾਈ ਚੈਨਲ। ਸੋ ਚੱਲਦੇ ਹਾਂ ਫਾਰਮੂਲੇ ਵੱਲ। ਸੋ ਸਭ ਤੋਂ ਪਹਿਲਾਂ ਕੀ ਆਪਾਂ ਟੌਪਿਕ ਨੂੰ ਇੰਟਰੋਡਿਊਸ ਕਰਨਾ ਹੈ। ਤੁਸੀਂ ਮੇਰੀਆਂ ਪਿਛਲੀ ਵੀਡੀਓਜ਼ ਦੇ ਵਿੱਚ ਵੀ ਦੇਖਿਆ ਹੋਊਗਾ ਕਿ ਜਿੰਨੇ ਵੀ ਮੇਰੇ ਫਾਰਮੂਲੇ ਨੇ ਉਹਨਾਂ ਵਿੱਚ ਜਿਹੜੀ ਇੰਟਰੋਡਕਸ਼ਨ ਹੈ ਤੇ ਕਨਕਲੂਜਨ ਹੈ ਉਹ ਆਲਰੇਡੀ ਬਣੇ ਹੋਏ ਨੇ, ਤਾਂ ਤੁਹਾਨੂੰ ਇੰਟਰੋਡਕਸ਼ਨ ਦੇ ਉੱਤੇ ਔਰ ਕਨਕਲੂਜਨ ਦੇ ਉੱਤੇ ਜ਼ਿਆਦਾ ਐਫਰਟ ਕਰਨ ਦੀ ਲੋੜ ਨਹੀਂ ਹੈਗੀ। ਸੋ ਚੱਲਦੇ ਹਾਂ ਇੰਟਰੋਡਕਸ਼ਨ ਵੱਲ। So certain dash are very close to one's heart and their importance cannot be turned a blind eye to। certain dash मतलब जिस उत्ते भी अपना टॉपिक है। फॉर एग्जांपल अगर किसी पार्क बारे गल कीती है तो certain places आ जाऊगा, अगर किसी पर्सन बारे गल कीती है तो certain person आ जाऊगा, अगर किसी ड्रेस बारे गल कीती है तो certain attires आ जाऊगा, जो ड्रेसेस आ जाऊगा। दैट मींस जो भी अपने बारे टॉपिक है, क्वेश्चन है, क्यू कार्ड है, उस बारे आपां इत्थे बोल देना है। फॉर एग्जांपल अगर आप इत्थे अज गल करते हैं कि डिस्क्राइब अ पीस ऑफ क्लोथ विच यू लाइक टू वेयर या डिस्क्राइब योर फेवरेट पीस ऑफ क्लोथ आ गए, तो ਉਹਦੇ ਵਿੱਚ ਆਪਾਂ ਇੱਥੇ सर्टेन ਆਪਾਂ अटायर्स ਕਹਿ ਸਕਦੇ ਹਾਂ, सर्टेन ड्रेसेस ਕਹਿ ਸਕਦੇ ਹਾਂ, are very close to one's heart and their importance cannot be turned a blind eye। today my topic is ਜੋ ਵੀ ਤੁਹਾਡੇ ਟੌਪਿਕ ਦਾ ਨਾਮ ਹੈ ਉਸ ਨੂੰ ਤੁਸੀਂ ਇੱਥੇ ਹਲਕਾ ਜਿਹਾ ਰੀਫਰੇਸ਼ ਕਰ ਦੇਣਾ ਹੈ। ਉਸ ਤੋਂ ਬਾਅਦ it he she is none other than ਉਸ ਤੋਂ ਬਾਅਦ ਆਪਾਂ ਉਸ ਦਾ ਨਾਮ ਲੈ ਲੈਣਾ। ਹੁਣ it he she ਇਹ ਤਿੰਨੋਂ ਕਿਉਂ ਓਬਲੀਕ ਪਾ ਕੇ ਲਿਖੇ ਨੇ? ਅਗਰ ਤਾਂ ਕੋਈ ਨॉन ਲਿਵਿੰਗ ਥਿੰਗ ਹੈ, ਕੋਈ ਕੱਪੜਾ ਆ, ਕੋਈ ਇਕਵਿਪਮੈਂਟ ਹੈ, ਕੋਈ ਡਿਵਾਈਸ ਹੈ, ਕੋਈ ਵਹੀਕਲ ਹੈ, ਤਾਂ ਆਪਾਂ ਉਹਦੇ ਲਈ it ਯੂਜ਼ ਕਰਾਂਗੇ। ਐਂਡ he she ਤੁਹਾਨੂੰ ਪਤਾ ਹੀ ਹੈ ਕਿ ਆਪਾਂ ਕਿਸ ਲਈ ਯੂਜ਼ ਕਰਦੇ ਹੁੰਦੇ ਆ, ਪਰਸਨ ਲਈ ਯੂਜ਼ ਕਰਦੇ ਹਾਂ। ਠੀਕ ਹੈ। ਅਗਰ ਤੁਹਾਡਾ ਕੋਈ ਆਪਣਾ ਪੈਟ ਹੈ, ਠੀਕ ਹੈ, ਕੋਈ ਡੌਗ ਹੈ ਜਾਂ ਫਿਰ ਕੋਈ ਕੈਟ ਹੈ, ਤਾਂ ਉਹਦੇ ਲਈ ਵੀ ਅਗਰ ਤੁਹਾਡੇ ਉਹਦੇ ਨਾਲ ਫੀਲਿੰਗਸ ਨੇ, ਅਗਰ ਤੁਹਾਡੇ ਨਾਲ ਤੁਸੀਂ ਉਹਦਾ ਕੋਈ ਨੇਮ ਰੱਖਿਆ ਹੋਇਆ ਤਾਂ ਉਹਦੇ ਲਈ ਵੀ ਆਪਾਂ ਹੀ ਸ਼ੀ ਯੂਜ਼ ਕਰ ਸਕਦੇ ਹਾਂ। ਅਦਰਵਾਈਜ਼ ਆਪਾਂ ਉਹਨੂੰ ਇਟ ਵੀ ਕੰਸੀਡਰ ਕਰ ਸਕਦੇ ਹਾਂ। ਸੋ ਉਸ ਤੋਂ ਬਾਅਦ ਕੀ ਹੈ, ਮੈਂ ਆਪਣੇ ਜਿਹੜਾ ਫਾਰਮੂਲਾ ਹੈ ਉਸ ਨੂੰ 3 ਸਟੋਰੀਜ਼ ਦੇ ਵਿੱਚ ਕੀ ਹੈ ਰਨ ਕਰੂੰਗਾ, ਜਿਸ ਨਾਲ ਤੁਸੀਂ ਇਸ ਨੂੰ ਬਹੁਤ ਈਜ਼ੀ ਨਾਲ ਕਵਰ ਕਰ ਸਕਦੇ ਹੋ ਜੋ ਵੀ ਤੁਹਾਡਾ ਕਿਊ ਕਾਰਡ। ਸੋ ਚੱਲਦੇ ਹਾਂ ਸਭ ਤੋਂ ਪਹਿਲੀ ਸਟੋਰੀ ਵੱਲ। ਪਹਿਲੀ ਸਟੋਰੀ ਦੇ ਵਿੱਚ ਤੁਸੀਂ ਆਪਣੇ ਪਾਸਟ ਨੂੰ ਰਿਕਾਲ ਕਰਨਾ ਹੈ। ਦੈਟ ਮੀਨਸ ਤੁਹਾਡੀ ਉਹ ਜਿਹੜੀ ਚੀਜ਼ ਹੈ ਉਹ ਕਿਉਂ ਫੇਵਰਿਟ ਬਣੀ, ਕਿੱਥੋਂ ਤੁਹਾਨੂੰ ਉਸ ਚੀਜ਼ ਬਾਰੇ ਪਤਾ ਲੱਗਿਆ, ਜਾਂ ਤੁਸੀਂ ਉਹਨੂੰ ਕਿਵੇਂ ਖਰੀਦਿਆ, ਅਗਰ ਨॉन ਲਿਵਿੰਗ ਥਿੰਗ ਹੈ ਤਾਂ ਕਿਵੇਂ ਖਰੀਦਿਆ, ਤੁਹਾਡੇ ਕੋਲੇ ਉਸ ਬਾਰੇ ਕਿੱਦਾਂ ਜਾਣਕਾਰੀ ਆਈ, ਜਾਂ ਕਿਹੜੀਆਂ ਚੀਜ਼ਾਂ ਇਦਾਂ ਦੀਆਂ ਹੋਈਆਂ ਜਿਸ ਨਾਲ ਉਹ ਜਿਹੜੀ ਚੀਜ਼ ਸੀ ਤੁਸੀਂ ਉਸ ਨੂੰ ਪਸੰਦ ਕਰਨ ਲੱਗ ਗਏ। ਫॉर एग्जांपल ਇੱਥੇ ਆਪਾਂ ਸਟਾਰਟ ਕਰਦੇ ਹਾਂ ਰੀਕਾਲ ਪਾਸਟ ਟਾਈਮ। ਅਗਰ ਆਪਾਂ ਡਰੈਸ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਕਹਿ ਸਕਦੇ ਹੋ कि आप जिवें इत्थे कह सकते हैं इट इज नन अदर देन माय वाइट शर्ट। ठीक है। एक चीज का हमेशा ध्यान रखना है, जदों आप किसी अटायर बारे गल करते हैं तो ਉਹਦੇ ਵਿੱਚ ਆਪਾਂ ਜਿਹੜੇ ਵਿੰਟਰ ਵਾਲੇ ਨੇ ਜੈਕਟਸ ਹੋ ਗਈਆਂ ਉਹਨਾਂ ਬਾਰੇ ਨਹੀਂ ਗੱਲ ਕਰਨਾ, ਕਿਉਂਕਿ ਉਹ ਆਲ ਟਾਈਮ ਫੇਵਰਿਟ ਹੋ ਸਕਦੀ ਹੈ ਬਟ ਆਪਾਂ ਉਹਨੂੰ ਆਲ ਟਾਈਮ ਵੀਅਰ ਨਹੀਂ ਕਰਦੇ। ਫॉर एग्जांपल ਤੁਸੀਂ ਹੁਣ ਗਰਮੀ ਦੇ ਵਿੱਚ ਜੈਕਟ ਜਾਂ ਹੁੱਡੀ ਨਹੀਂ ਪਾਓਗੇ। ਠੀਕ ਹੈ। ਇਸ ਕਰਕੇ ਤੁਸੀਂ ਇਦਾਂ ਦੀ ਕੋਈ ਚੀਜ਼ ਬੋਲਣੀ ਹੈ ਜਿਹੜੀ ਕਿ ਤੁਸੀਂ ਸਾਲ ਦੇ ਵਿੱਚ ਜਦੋਂ ਤੁਹਾਡਾ ਦਿਲ ਕਰਦਾ ਤੁਸੀਂ ਉਸ ਨੂੰ ਵੀਅਰ ਕਰ ਸਕਦੇ ਹੋ। अगर आप आज इतने ड्रेस की गल करांगे ਤੁਸੀਂ ਇੱਥੇ ਕੀ ਵਾਈਟ ਸ਼ਰਟ ਕਹਿ ਸਕਦੇ ਹੋ, ਗਰਲਸ ਨੇ ਕੋਈ ਟੌਪ ਜੀਨ ਕਿਸੇ ਚੀਜ਼ ਬਾਰੇ ਤੁਸੀਂ ਕਹਿ ਸਕਦੇ ਹੋ। ਸੋ ਇਟ ਇਜ਼ ਨਨ ਅਦਰ ਦੈਨ ਮਾਈ ਵਾਈਟ ਸ਼ਰਟ। ਉਸ ਤੋਂ ਬਾਅਦ ਆਪਾਂ ਫਸਟ ਸਟੋਰੀ ਦੇ ਵਿੱਚ ਆਪਾਂ ਰਿਕਾਲ ਕਰਨਾ ਹੈ ਪਾਸਟ ਨੂੰ ਕਿ ਉਹ ਮੇਰੀ ਫੇਵਰਿਟ ਕਿੱਦਾਂ ਬਣੀ। ਤਾਂ ਤੁਸੀਂ ਕਹਿਣਾ ਹੈ ਕਿ ਇੱਕ ਦਿਨ ਦੀ ਗੱਲ ਹੈ, ਆਈ ਵੈਂਟ ਟੂ ਮਾਰਕੀਟ, ਆਈ ਸਾਇ ਇਟ ਫॉर द फर्स्ट टाइम ਤੇ ਮੈਂ ਕੀ ਹੋ ਗਿਆ, ਆਈ ਗॉट ਇਨਫਲੂਐਂਸਡ। ਮੈਂ ਕੀ ਹੈ ਫੈਸੀਨੇਟ ਹੋ ਗਿਆ, ਪ੍ਰਭਾਵਿਤ ਹੋ ਗਿਆ ਜਦੋਂ ਮੈਂ ਕੀ ਹੈ ਪਹਿਲੀ ਵਾਰ ਇੱਕ ਮਾਰਕੀਟ ਦੇ ਵਿੱਚ ਸ਼ਾਪ ਦੇ ਵਿੱਚ ਦੇਖਿਆ। ਦੈਨ ਉਹ ਕੀ ਸੀ, ਬਹੁਤ ਜ਼ਿਆਦਾ ਵੈਲਿਊਏਬਲ ਸੀ, ਵਰਤੀ ਸੀ ਤੇ ਬਹੁਤ ਜ਼ਿਆਦਾ ਐਕਸਪੈਂਸਿਵ ਸੀ। ਵਿਦਿਨ ਅ ਸਨੈਪ ਆਫ ਫਿੰਗਰ ਆਈ ਮੇਡ ਅਪ ਮਾਈ ਮਾਈਂਡ। ਕਾਹਦੇ ਵਾਸਤੇ ਮੈਂ ਮਨ ਬਣਾ ਲਿਆ, ਉਸ ਨੂੰ ਖਰੀਦਣ ਵਾਸਤੇ ਮੈਂ ਮਨ ਬਣਾ ਲਿਆ। ਦੈਨ ਉਸ ਤੋਂ ਬਾਅਦ ਕੀ ਹੈ, ਮੈਂ ਆਪਣੇ ਘਰੇ ਵਾਪਸ ਆਇਆ। ਘਰੇ ਵਾਪਸ ਆਉਣ ਤੋਂ ਬਾਅਦ ਜਦੋਂ ਆਪਾਂ ਕੋਈ ਵੀ ਚੀਜ਼ ਖਰੀਦ ਕੇ ਲੈ ਕੇ ਆਉਂਦੇ ਆ ਤਾਂ ਉਸ ਤੋਂ ਬਾਅਦ ਆਪਾਂ ਉਸ ਚੀਜ਼ ਨੂੰ ਆਪਣੇ ਜਿਹੜੇ ਵੀ ਨੀਅਰ ਐਂਡ ਡੀਅਰਸ ਹੁੰਦੇ ਨੇ ਉਹਨਾਂ ਅੱਗੇ ਦਿਖਾਉਂਦੇ ਆ ਕਿ ਹਾਂ ਮੈਂ ਇਹ ਚੀਜ਼ ਨੂੰ ਬਾਏ ਕਰਕੇ ਲੈ ਕੇ ਆਇਆ, ਇਹ ਚੀਜ਼ ਨੂੰ ਲੈ ਕੇ ਆਇਆ। ਤਾਂ ਉਹ ਆਪਾਂ ਨੂੰ ਕੀ ਉਹਨਾਂ ਤੋਂ ਐਪਰੀਸ਼ੀਏਸ਼ਨਸ ਮਿਲਦੀਆਂ ਨੇ, ਉਹ ਆਪਾਂ ਨੂੰ ਕੀ ਹੈ ਬਹੁਤ ਸਾਰੇ ਕੰਪਲੀਮੈਂਟਸ ਦਿੰਦੇ ਨੇ। ठीक है। एंड बाय इट बिकेम माय फेवरेट। ਹੁਣ ਇਸ ਲਾਈਨ ਦਾ ਮਤਲਬ ਕੀ ਹੈ ਕਿ ਉਹ ਮੇਰੀ ਵਾਰ-ਵਾਰ ਫਿਕ ਪਾਉਣ ਕਰਕੇ ਜਾਂ ਬਾय ਕੀ ਮੇਰੀ ਫੇਵਰਿਟ ਬਣ ਗਈ। ਹੁਣ ਇੱਥੇ ਤੁਸੀਂ ਥੋੜਾ ਜਿਹਾ ਇਸ ਨੂੰ ਐਕਸਪਲੇਨ ਕਰ ਦੇਣਾ ਹੈ ਕਿ ਜਦੋਂ ਵੀ ਮੈਂ ਉਹਨੂੰ ਵੀਅਰ ਕਰਦਾ ਸੀ ਮੇਰੇ ਨਾਲ ਅੱਛੀਆਂ ਚੀਜ਼ਾਂ ਹੁੰਦੀਆਂ ਸੀ, ਮੈਂ ਬਹੁਤ ਜ਼ਿਆਦਾ ਪੋਜ਼ਿਟਿਵ, ਬਹੁਤ ਜ਼ਿਆਦਾ એનર્ਜੈਟਿਕ ਫੀਲ ਕਰਦਾ ਸੀ। ਉਹਦੇ ਵਿੱਚ ਜਿਹੜੀ ਮੇਰੀ ਲੁੱਕ ਸੀ ਉਹ ਬਹੁਤ ਹੀ ਫੈਬੂਲਸ ਆਉਂਦੀ ਸੀ, ਪਲੱਸ ਮੈਨੂੰ ਬਹੁਤ ਸਾਰੇ ਉਹਦੇ ਤੇ ਕੰਪਲੀਮੈਂਟ ਕਮੈਂਟ ਕਰਦੇ ਸੀ। ਠੀਕ ਹੈ। ਉਹ ਮੇਰੀ ਪਰਸਨੈਲਿਟੀ ਨੂੰ ਸੂਟ ਕਰਦੀ ਸੀ।
ਤੇ ਜਦੋਂ ਮੈਂ ਉਸ ਨੂੰ ਪਾਉਂਦਾ ਸੀ ਤਾਂ ਗੁੱਡ ਥਿੰਗਸ ਮੇਰੇ ਨਾਲ ਹਮੇਸ਼ਾ ਹੁੰਦੀਆਂ ਸੀ। ਇਸ ਕਰਕੇ ਬਾਏ ਐਂਡ ਬਾਏ ਇਟ ਬਿਕੇਮ ਮਾਈ ਫੇਵਰਿਟ ਸ਼ਰਟ। ਇਸ ਕਰਕੇ ਵਾਰ-ਵਾਰ ਪਾਉਣ ਕਰਕੇ ਜਾਂ ਵਾਰ-ਵਾਰ ਇਹ ਚੀਜ਼ਾਂ ਦੇਖਣ ਕਰਕੇ ਉਹ ਮੇਰੀ ਇੱਕ ਫੇਵਰਿਟ ਸ਼ਰਟ ਬਣ ਗਈ। ਹੁਣ ਸੈਕੰਡ ਸਟੋਰੀ ਦੇ ਵਿੱਚ ਇੱਕ ਚੀਜ਼ ਦਾ ਧਿਆਨ ਰੱਖਣਾ ਹੈ, ਜਦੋਂ ਆਪਾਂ ਸੈਕੰਡ ਸਟੋਰੀ ਦੇ ਵਿੱਚ ਜਾਣਾ ਹੈ ਤਾਂ ਕੋਈ ਵੀ ਤੁਹਾਡੀ ਜਿਹੜੀ ਫੇਵਰਿਟ ਚੀਜ਼ ਹੈ ਉਸ ਨੂੰ ਤੁਸੀਂ ਥੋੜੇ ਸਮੇਂ ਲਈ ਆਪਣੇ ਆਪ ਤੋਂ ਦੂਰ ਕਰਨਾ। ਫੋਰ ਐਗਜ਼ਾਮਪਲ ਅਗਰ ਤੁਹਾਡੀ ਸ਼ਰਟ ਹੈ ਤਾਂ ਉਸ ਨੂੰ ਥੋੜੇ ਸਮੇਂ ਲਈ ਆਪਣੇ ਆਪ ਤੋਂ ਜੋ ਤੁਸੀਂ ਦੂਰ ਕਰੋਗੇ, ਜਾਂ ਉਹਦੇ ਤੇ ਕੋਈ ਉਹ ਮਿਸਪਲੇਸ ਹੋ ਜੂਗੀ, ਜਾਂ ਉਹਦੇ ਤੇ ਕੋਈ ਸਟੇਨ ਵਗੈਰਾ, ਦਾਗ ਵਗੈਰਾ, ਧੱਬਾ ਵਗੈਰਾ ਲੱਗ ਜਾਏਗਾ, ਤਾਂ ਕਿ ਆਪਾਂ ਨੂੰ ਉਹਦੀ ਇੰਪੋਰਟੈਂਸ ਹੈ ਜਿਹੜੀ ਉਹ ਰਿਅਲਾਈਜ਼ ਹੋਵੇ ਕਿ ਹਾਂ ਉਹ ਮੇਰੇ ਲਈ ਕਿੰਨੀ ਇੰਪੋਰਟੈਂਟ ਸੀ। ਫੋਰ ਐਗਜ਼ਾਮਪਲ ਅਗਰ ਆਪਾਂ ਇੱਥੇ ਕਹਾਂਗੇ ਤਾਂ ਉਸ ਮੂਵਮੈਂਟ ਨੂੰ ਡਿਸਕ੍ਰਾਈਬ ਕਰਦੇ ਨੇ ਕਿ I also remember that there was a time when one day I went to my friend's house on his birthday while eating something suddenly it got stale। ਕਿ ਜਦੋਂ ਮੈਂ ਕੁਝ ਖਾ ਰਿਹਾ ਸੀ ਤਾਂ ਉਹਦੇ ਉੱਤੇ ਕੁਝ ਡਿੱਲ ਗਿਆ, ਸਪਿਲਟ ਹੋ ਗਿਆ, ਦੈਨ ਉਹਦੇ ਉੱਤੇ ਕੀ ਹੈ ਇੱਕ ਸਟੇਨ ਲੱਗ ਗਿਆ, ਦਾਗ ਲੱਗ ਗਿਆ, ਧੱਬਾ ਲੱਗ ਗਿਆ। ਉਸ ਚੀਜ਼ ਨੂੰ ਕਰਕੇ ਮੈਂ ਕੀ ਹੈ ਫੀਲਿੰਗ ਬਲੂ, ਫੀਲਿੰਗ ਅਪਸੈਟ, ਮੈਂ ਪੈਂਸਿਵ ਮੂਡ ਦੇ ਵਿੱਚ ਸੀ, ਡੂਮ ਸਟੇਟ ਆਫ ਮਾਈਂਡ ਦੇ ਵਿੱਚ ਸੀ। ਕਿਉਂਕਿ ਅਗਰ ਤੁਹਾਡੀ ਫੇਵਰਿਟ ਚੀਜ਼ ਆ ਉਹਦੇ ਉੱਤੇ ਅਗਰ ਕੋਈ ਵੀ ਦਾਗ ਧੱਬਾ ਲੱਗ ਜਾਂਦਾ ਹੈ ਜਾਂ ਉਹ ਖਰਾਬ ਹੋ ਜਾਂਦੀ ਹੈ, ਆਊਟ ਆਫ ਆਰਡਰ ਹੋ ਜਾਂਦੀ ਹੈ, ਕੁਝ ਵੀ ਹੋ ਜਾਂਦੀ ਹੈ, ਤਾਂ ਦੈਨ ਆਪਾਂ ਨੂੰ ਬਹੁਤ ਸੈਡ ਆਪਾਂ ਫੀਲ ਕਰਦੇ ਆ, ਆਪਾਂ ਨੂੰ ਬਹੁਤ ਬੁਰਾ ਲੱਗਦਾ ਹੈ। ਸੋ ਤੁਸੀਂ ਉੱਥੇ ਇੱਕ ਸੈਕੰਡ ਸਟੋਰੀ ਦੇ ਵਿੱਚ ਕਹਿ ਦੇਣਾ ਕਿ ਕਿਵੇਂ ਉਹ ਤੁਹਾਡੀ ਚੀਜ਼ ਤੁਹਾਡੇ ਤੋਂ ਦੂਰ ਹੋਈ ਥੋੜੇ ਸਮੇਂ ਲਈ। ਦੈਨ ਉਸ ਤੋਂ ਬਾਅਦ ਕੀ ਤੁਸੀਂ ਕਿੱਥੇ ਜਾਓਗੇ, ਯੂ went to the dry cleaner, ਦੈਨ ਤੁਸੀਂ ਉੱਥੇ ਕੀ ਹੈ ਹੁਣ ਕਹਿਣਾ ਕਿ ਉਹਨੇ ਹੀ told me that it will take 3 ਜਾਂ 4 days to remove the stain। ਦੈਨ ਮੈਂ ਆਪਣੇ ਘਰੇ ਵਾਪਸ ਆ ਗਿਆ। ਨੈਕਸਟ ਡੇ ਮੈਂ ਉਹ ਸੇਮ ਜਿਹੜੀ ਸ਼ਰਟ ਸੀ ਕਿਸੇ ਫੰਕਸ਼ਨ ਦੇ ਉੱਤੇ ਜਾਂ ਕਿਸੇ ਹੋਰ ਜਗ੍ਹਾ ਦੇ ਉੱਤੇ ਓਕੇਜ਼ਨ ਦੇ ਉੱਤੇ ਵੀਅਰ ਕਰਨੀ ਸੀ, ਬਟ ਅਨਫੋਰਚੂਨੇਟਲੀ ਬਿਕੋਜ਼ ਆਫ ਦੈਟ ਸਟੇਨ ਆਈ ਵੋਰ ਅਨਦਰ। ਉਸ ਦਾਗ ਕਰਕੇ ਧੱਬੇ ਕਰਕੇ ਮੈਂ ਕੋਈ ਹੋਰ ਸ਼ਰਟ ਵੀਅਰ ਕੀਤੀ। ਉਸ ਦਿਨ ਮੈਨੂੰ ਰਿਅਲਾਈਜ਼ ਹੋਇਆ, ਠੀਕ ਹੈ, ਕਿ ਮੈਂ ਕਿੰਨਾ ਐਕਟਿਵ ਨਹੀਂ ਫੀਲ ਕਰ ਰਿਹਾ, ਮੈਂ ਪੋਜ਼ਿਟਿਵ ਫੀਲ ਨਹੀਂ ਕਰ ਰਿਹਾ, ਉਹ ਕਿੰਨੀ ਇੰਪੋਰਟੈਂਟ ਸੀ ਮੇਰੇ ਲਈ ਸ਼ਰਟ। ਦੈਨ ਫਿਰ ਤੁਸੀਂ ਕਹਿ ਦੇਣਾ ਤੀਜੀ ਸਟੋਰੀ ਦੇ ਵਿੱਚ ਕਿ ਜਦੋਂ 2 ਦਿਨਾਂ ਬਾਅਦ 3 ਦਿਨਾਂ ਬਾਅਦ ਜਦੋਂ ਡਰਾਈ ਕਲੀਨ ਹੋ ਕੇ ਮੈਨੂੰ ਮੇਰੀ ਸ਼ਰਟ ਵਾਪਸ ਮਿਲੀ ਤਾਂ ਮੈਂ ਕੀ ਹੈ ਕਲਾਉਡ ਨਾਈਨ ਦੇ ਉੱਤੇ ਫੀਲ ਕਰ ਰਿਹਾ ਸੀ। ਫਿਰ ਉਸ ਤੋਂ ਬਾਅਦ ਕਰੰਟਲੀ ਯੂਜ਼ ਕਰ ਦੋ ਕਿ ਜਦੋਂ ਮੈਂ ਕਿਤੇ ਕੋਈ ਨਿਊ ਜਗ੍ਹਾ ਦੇ ਉੱਤੇ ਜਾਣਾ ਹੁੰਦਾ ਜਿੱਥੇ ਮੈਂ ਕਿ ਆਪਣੇ ਆਪ ਨੂੰ ਬਹੁਤ ਜ਼ਿਆਦਾ ਕੌਨਫੀਡੈਂਟ ਫੀਲ ਕਰਨਾ ਹੁੰਦਾ ਜਾਂ ਫਿਰ ਮੈਂ ਆਪਣੇ ਆਪ ਨੂੰ ਪੋਜ਼ਿਟਿਵ ਰੱਖਣਾ ਹੁੰਦਾ ਤਾਂ ਮੈਂ ਉਸ ਸ਼ਰਟ ਨੂੰ ਵੀਅਰ ਕਰਦਾ। ਸੋ ਇਹ ਉਹ ਮੇਰੀ ਸ਼ਰਟ ਹੈ ਜਿਸ ਨੂੰ ਮੈਂ ਕੀ ਹੈ ਵੀਅਰ ਕਰਨਾ ਪਸੰਦ ਕਰਦਾ। ਇਹ ਮੇਰੇ ਬਹੁਤ ਹਾਰਟ ਦੇ ਕਲੋਜ਼ ਹੈ, ਪੀਸ ਆਫ ਕਲੋਥ। ਸੋ ਉਸ ਤੋਂ ਬਾਅਦ ਤੁਸੀਂ ਆਪਣੇ ਲਾਸਟ ਦੇ ਉੱਪਰ ਜਿਹੜਾ ਕਨਕਲੂਜਨ ਹੈ ਉਸ ਦੇ ਨਾਲ ਤੁਸੀਂ ਆਪਣੀ ਸਪੀਕਿੰਗ ਦੇ ਜਿਹੜਾ ਕਿਊ ਕਾਰਡ ਹੈ ਉਸ ਨੂੰ ਫਾਈਨਲ ਟੱਚ ਦੋਗੇ ਤਾਂ ਤੁਸੀਂ ਬੋਲੋਗੇ ਫਾਈਨਲੀ ਇਟ ਕੈਨ ਬੀ ਕਨਕਲੂਡਡ ਦੈਟ देयर आर सर्टेन। ਹੁਣ ਇੱਥੇ ਫਿਰ ਡੈਸ਼ ਹੈ ਜੋ ਕਿ ਇੱਥੇ ਸੀ, ਤਾਂ ਜੋ ਉੱਤੇ ਤੁਸੀਂ ਬੋਲਿਆ ਉਹੀ ਤੁਸੀਂ ਇੱਥੇ ਸੇਮ ਬੋਲ ਸਕਦੇ ਹੋ। ਅਗਰ ਉੱਪਰ ਡਰੈਸਸ ਬੋਲਿਆ ਤਾਂ ਇੱਥੇ ਤੁਸੀਂ ਅਟਾਇਰਸ ਬੋਲ ਸਕਦੇ ਹੋ, ਰੀਫਰੇਸ ਕਰ ਸਕਦੇ ਹੋ। ਅਗਰ ਔਨ ਦੀ ਸਪੋਟ ਤੁਹਾਨੂੰ ਕੋਈ ਵਰਡ ਯਾਦ ਆ ਰਿਹਾ ਜਾਂ ਨਹੀਂ ਰੀਫਰੇਸਿੰਗ ਹੋ ਰਹੀ ਤਾਂ ਤੁਸੀਂ ਇੱਥੇ ਜੋ ਉੱਪਰ ਤੁਸੀਂ ਐਕਸਪਲੇਨ ਕੀਤਾ ਉਹ ਸੇਮ ਬੋਲ ਸਕਦੇ ਹੋ, ਜਾਂ ਫਿਰ ਅਗਰ ਕਿਊ ਕਾਰਡ ਦੇ ਵਿੱਚ ਜੋ ਵਰਡ ਹੈ ਤੁਸੀਂ ਉਸ ਨੂੰ ਸੇਮ ਇੱਥੇ ਪੁੱਟ ਕਰ ਸਕਦੇ ਹੋ। that leave an everlasting imprint on the fabric of our lives and also become part and parcel of our life। ਕਿ ਉਹ ਸਾਡੀ ਜ਼ਿੰਦਗੀ ਦੀ ਪਰਤ ਦੇ ਉੱਤੇ ਬਹੁਤ ਲੰਬੇ ਸਮੇਂ ਲਈ ਛਾਪ ਛੱਡਦੇ ਨੇ ਤੇ ਇਨਫੈਕਟ ਉਹ ਸਾਡੀ ਜ਼ਿੰਦਗੀ ਦਾ ਇੱਕ ਅਨਮੋਲ ਹਿੱਸਾ ਬਣ ਜਾਂਦੇ ਨੇ। ਹੋਪ ਤੁਹਾਨੂੰ ਇਹ ਫਾਰਮੂਲਾ ਸਮਝ ਆਇਆ ਹੋਊਗਾ। ਮੈਂ ਇੱਕ ਵਾਰ ਇਸ ਨੂੰ ਦੁਬਾਰਾ ਹਾਈਲਾਈਟ ਕਰ ਦੇਣਾ ਹੈ ਕਿ ਸਭ ਤੋਂ ਪਹਿਲਾਂ ਆਪਾਂ ਆਪਣੇ ਟੌਪਿਕ ਨੂੰ ਇੰਟਰੋਡਿਊਸ ਕਰਨਾ ਹੈ। ਇੰਟਰੋਡਕਸ਼ਨ ਦੇ ਵਿੱਚ ਆਪਾਂ ਜੋ ਵੀ ਤੁਹਾਡੀ ਚੀਜ਼ ਬਾਰੇ ਟੌਪਿਕ ਹੈ ਉਸ ਨੂੰ ਇੱਥੇ ਬੋਲ ਕੇ ਉਸ ਤੋਂ ਬਾਅਦ ਤੁਸੀਂ ਸੇਮ ਆਪਣੇ ਟੌਪਿਕ ਨੂੰ ਬੋਲ ਦੇਣਾ ਹੈ। ਉਸ ਤੋਂ ਬਾਅਦ ਤੁਸੀਂ ਆਪਣੇ ਟੌਪਿਕ ਨੂੰ ਰੀਫਰੇਸ ਕਰਨਾ ਹੈ। ਅਗਰ ਲਿਵਿੰਗ ਥਿੰਗ ਹੈ ਤਾਂ ਹੀ ਸ਼ੀ ਦੇ ਨਾਲ ਡਿਸਕ੍ਰਾਈਬ ਕਰ ਦੇਣਾ ਹੈ, ਅਗਰ ਨਾਨ ਲਿਵਿੰਗ ਥਿੰਗ ਹੈ ਤਾਂ ਇਟ ਦੇ ਨਾਲ ਆਪਾਂ ਦੱਸ ਦੇਣਾ ਵੀ ਉਹ ਕਿਹੜੀ ਚੀਜ਼ ਹੈ। ਫਰਸਟ ਸਟੋਰੀ ਦੇ ਵਿੱਚ ਆਪਾਂ ਦੱਸਣਾ ਕਿ ਉਹ ਚੀਜ਼ ਨੂੰ ਮੈਂ ਕਿੱਥੋਂ ਲੈ ਕੇ ਆਇਆ, ਕਿਵੇਂ ਲੈ ਕੇ ਆਇਆ, ਕਿਵੇਂ ਉਹ ਮੇਰੀ ਫੇਵਰਿਟ ਬਣੀ। ਸੈਕੰਡ ਸਟੋਰੀ ਦੇ ਵਿੱਚ ਆਪਾਂ ਉਸ ਚੀਜ਼ ਨੂੰ ਆਪਣੇ ਆਪ ਤੋਂ ਥੋੜੇ ਸਮੇਂ ਲਈ ਦੂਰ ਕਰ ਦੇਣਾ ਹੈ ਤਾਂ ਕਿ ਆਪਣੀ ਲਾਈਫ ਦੇ ਵਿੱਚ ਆਪਾਂ ਨੂੰ ਫੀਲ ਹੋਵੇ ਕਿ ਕਿੰਨੀ ਕੁ ਇੰਪੋਰਟੈਂਟ ਸੀ। ਥਰਡ ਸਟੋਰੀ ਦੇ ਵਿੱਚ ਜਦੋਂ ਖਰਾਬ ਹੋ ਗਈ, ਡੈਮੇਜ ਹੋ ਗਈ ਜਾਂ ਉਹਦੇ ਤੇ ਸਟੇਨ ਲੱਗ ਗਿਆ ਜਾਂ ਮਿਸਪਲੇਸ ਹੋ ਗਈ ਤਾਂ ਆਪਾਂ ਉਹਨੂੰ ਲੱਭ ਲੈਣਾ ਹੈ ਜਾਂ ਫਿਰ ਡਰਾਈ ਕਲੀਨ ਕਰਵਾ ਲੈਣਾ ਹੈ ਜਾਂ ਫਿਰ ਆਪਾਂ ਨੂੰ ਵਾਪਸ ਮਿਲ ਜੂਗੀ। ਤਾਂ ਉਹ ਥਰਡ ਸਟੋਰੀ ਦੇ ਵਿੱਚ ਜਦੋਂ ਵਾਪਸ ਮਿਲ ਜੂਗੀ ਤਾਂ ਫਿਰ ਉਦੋਂ ਕੀ ਹੈ ਖੁਸ਼ੀ ਵਾਲੀ ਮੂਮੈਂਟਸ ਦਿਖਾ ਦੇਣੀਆਂ ਤੇ ਨਾਲ ਉਹਦੇ ਪ੍ਰੈਜ਼ੈਂਟ ਦੇ ਉੱਤੇ ਤੁਸੀਂ ਉਹਦਾ ਕੀ ਯੂਜ਼ ਕਰ ਰਹੇ ਹੋ ਉਹਦੇ ਬਾਰੇ ਤੁਸੀਂ ਉਸ ਨੂੰ ਡਿਸਕ੍ਰਾਈਬ ਕਰ ਦੇਣਾ। ਦੈਨ ਕਨਕਲੂਜਨ ਦੇ ਨਾਲ ਤੁਸੀਂ ਆਪਣਾ ਫਾਈਨਲ ਟੱਚ ਦੇਣਾ ਹੈ ਜੋ ਕਿ ਆਲਰੇਡੀ ਬਣਿਆ ਹੋਇਆ ਹੈ। ਸੋ ਇਸ ਦੇ ਨਾਲ ਤੁਸੀਂ ਆਪਣੇ ਕੀ ਹੈ ਕਿਊ ਕਾਰਡ ਨੂੰ ਵਾਈਂਡ ਅਪ ਕਰ ਸਕਦੇ ਹੋ। ਸੋ ਇਹ ਹੈਗਾ ਸੀ ਨਾਨ ਲਿਵਿੰਗ ਥਿੰਗਸ ਲਈ। ਬਟ ਅਗਰ ਆਪਾਂ ਗੱਲ ਕਰੀਏ ਲਿਵਿੰਗ ਥਿੰਗਸ ਲਈ, ਫੋਰ ਐਗਜ਼ਾਮਪਲ ਅਗਰ ਆਪਾਂ ਨੂੰ ਆ ਜੇ ਡਿਸਕ੍ਰਾਈਬ ਯੂਅਰ ਫੇਵਰਿਟ ਸਿੰਗਰ, ਤਾਂ ਹੁਣ ਫੇਵਰਿਟ ਸਿੰਗਰ ਦੇ ਵਿੱਚ ਤੁਸੀਂ ਕੀ ਕਹਿਣਾ ਹੈ, ਇੱਥੇ ਕਹਿ ਸਕਦੇ ਕਿ ਸਰਟਨ ਸਿੰਗਰਸ ਜਾਂ ਫਿਰ ਸਰਟਨ ਪਰਸਨ ਆਰ ਵੈਰੀ ਕਲੋਜ਼ ਟੂ ਵਨਸ ਹਾਰਟ ਐਂਡ देयर ਇੰਪੋਰਟੈਂਸ ਕੈਨ ਨਾਟ ਬੀ ਟਰਨਡ ਅ ਬਲਾਈਂਡ ਆਈ ਟੂ। ਐਜ਼ ਮਾਈ ਟੌਪਿਕ ਇਜ਼ ਜਾਂ ਟੁਡੇ ਮਾਈ ਟੌਪਿਕ ਇਜ਼ ਮਾਈ ਫੇਵਰਿਟ ਸਿੰਗਰ, ਹੀ ਇਜ਼ ਜਾਂ ਸ਼ੀ ਇਜ਼ ਨਨ ਅਦਰ ਦੈਨ, ਉਹਦਾ ਇੱਥੇ ਤੁਸੀਂ ਨਾਮ ਲੈ ਦੇਣਾ ਹੈ। ਠੀਕ ਹੈ, ਉਸ ਦਾ ਨਾਮ ਲੈਣ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ ਕਿ ਉਸਤਿੰਦਰ ਸਰਤਾਜ ਹੈ,
ਕਰਨ ਔਜਲਾ ਹੈ, ਜੋ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਤੁਸੀਂ ਕਹਿ ਸਕਦੇ ਹੋ। ਹੁਣ ਫਸਟ ਸਟੋਰੀ ਦੇ ਵਿੱਚ ਤੁਸੀਂ ਟਾਈਮ ਨੂੰ ਯਾਦ ਕਰਨਾ ਹੈ, ਇੱਕ ਸਟੈਪ ਪਿੱਛੇ ਚਲੇ ਜਾਣਾ ਕਿ ਤੁਹਾਨੂੰ ਉਹਦੇ ਬਾਰੇ ਕਿੱਥੋਂ ਪਤਾ ਲੱਗਿਆ, ਕਿਵੇਂ ਉਹ ਤੁਹਾਡਾ ਫੇਵਰਿਟ ਪਰਸਨ ਬਣਿਆ, ਫੇਵਰਿਟ ਸਿੰਗਰ ਬਣਿਆ। ਤਾਂ ਉਹਦੇ ਵਿੱਚ ਤੁਸੀਂ ਦੱਸ ਦੇਣਾ ਕਿ ਮੈਂ ਆਪਣੇ ਫਰੈਂਡ ਦੇ, ਮੈਂ ਤੁਹਾਨੂੰ ਦੱਸਿਆ ਕਿ ਜਿੰਨਾ ਟੌਪਿਕ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕੋਈ ਆਈਡੀਆ ਨਹੀਂ ਆ ਰਿਹਾ, ਦੈਨ ਤੁਸੀਂ ਉਸ ਨੂੰ ਕਿਹਦੇ ਨਾਲ ਲਿੰਕ ਕਰਨਾ ਹੈ, ਆਪਣੇ ਫਰੈਂਡ ਦੇ ਨਾਲ ਲਿੰਕ ਕਰਨਾ ਹੈ। ਤਾਂ ਤੁਸੀਂ ਫਸਟ ਸਟੋਰੀ ਦੇ ਵਿੱਚ ਪਾਸਟ ਨੂੰ ਰਿਕਾਲ ਕਰਨ ਲੱਗੇ ਆਪਣੇ ਕਹਿੰਦੇ ਨੇ ਕਿ ਮੈਂ ਆਪਣੇ ਇੱਕ ਦਿਨ ਫਰੈਂਡ ਦੇ ਘਰੇ ਗਿਆ, ਤਾਂ ਉਸ ਟਾਈਮ ਕਿਸੇ ਸਤਿੰਦਰ ਸਰਤਾਜ ਦੇ ਸੌਂਗ ਸੁਣ ਰਿਹਾ ਸੀ, ਦੈਨ ਇਟ ਵਾਸ ਮਾਈ ਫਸਟ ਟਾਈਮ ਵੈਨ ਆਈ ਹਰਡ ਹਿਸ ਸੌਂਗ ਸਾਈਨ। ਦੈਨ ਉਸ ਤੋਂ ਬਾਅਦ ਤੁਸੀਂ ਕਹੋ ਕਿ ਮੈਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਉਹਦੀ ਮੈਲੋਡੀਅਸ ਵੌਇਸ ਤੋਂ, ਉਹਦੇ ਲਿਰਿਕਸ ਤੋਂ ਬਹੁਤ ਜ਼ਿਆਦਾ ਮੈਨੂੰ ਕੀ ਹੈ ਮੋਟੀਵੇਸ਼ਨਸ ਮਿਲੀਆਂ, ਪਲੱਸ ਉਹ ਕਿਸੇ ਹਾਰਟ ਟਚਿੰਗ ਸੌਂਗ ਸੀ। ਦੈਨ ਉਸ ਤੋਂ ਬਾਅਦ ਕੀ ਹੈ ਵਿਦਿਨ ਅ ਸਨੈਪ ਆਫ ਫਿੰਗਰ ਮੈਂ ਕੀ ਹੈ ਘਰੇ ਵਾਪਸ ਆ ਗਿਆ, ਤੇ ਘਰੇ ਆ ਕੇ ਉਹਦੇ ਬਾਰੇ ਹੋਰ ਬਹੁਤ ਜ਼ਿਆਦਾ ਮੈਂ ਸਰਚ ਕੀਤਾ। ਸਰਚ ਕਰਨ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਉਹ ਡਾਊਨ ਟੂ ਅਰਥ ਪਰਸਨੈਲਿਟੀ ਹੈ, ਉਹ ਪੰਜਾਬ ਤੋਂ ਬਿਲੋਂਗ ਕਰਦਾ ਹੈ, ਉਹਨੇ ਪੰਜਾਬ ਯੂਨੀਵਰਸਿਟੀ ਤੋਂ ਠੀਕ ਹੈ ਕੀ ਐਜੂਕੇਸ਼ਨ ਪ੍ਰਾਪਤ ਕੀਤੀ ਹੈ, ਉਹਦੀਆਂ ਮੂਵੀਜ਼ ਬਾਰੇ ਪਤਾ ਲੱਗਿਆ ਠੀਕ ਹੈ। ਫਿਰ ਉਸ ਤੋਂ ਬਾਅਦ ਕੀ ਹੈ ਉਹਦੇ ਸੌਂਗ ਜਿੰਨੇ ਵੀ ਮੈਂ ਸੁਣੇ ਸਾਰੇ ਕਲਚਰ ਰਿਲੇਟਡ ਸੀ, ਹਿਸਟਰੀ ਰਿਲੇਟਡ ਸੀ, ਪਲੱਸ ਅੱਜ ਦੀ ਜਿਹੜੀ ਜਨਰੇਸ਼ਨ ਹੈ ਜਿੱਦਾਂ ਦੇ ਉਹ ਰੋਮਾਂਟਿਕ ਸੌਂਗ ਪਸੰਦ ਕਰਦੀ ਹੈ ਉਦਾਂ ਦੇ ਉਹਦੇ ਸਾਰੇ ਸੌਂਗ ਸੀ। ਦੈਨ ਉਹ ਵਾਰ-ਵਾਰ ਸੁਣਨ ਤੋਂ ਬਾਅਦ ਹੀ ਬਿਕੇਮ ਮਾਈ ਫੇਵਰਿਟ ਸਿੰਗਰ, ਉਹ ਮੇਰਾ ਕੀ ਹੈ ਫੇਵਰਿਟ ਸਿੰਗਰ ਬਣ ਗਿਆ। ਹੁਣ ਸੈਕੰਡ ਸਟੋਰੀ ਦੇ ਵਿੱਚ ਹੁਣ ਪਰਸਨ ਹੈ, ਹੁਣ ਪਰਸਨ ਨੂੰ ਆਪਾਂ ਆਪਣੇ ਆਪ ਤੋਂ ਕਿੱਦਾਂ ਦੂਰ ਕਰ ਸਕਦੇ ਹਾਂ। ਦੇਖੋ ਬਹੁਤ ਰੀਜ਼ਨ ਨੇ ਜਿਹਦੇ ਵਿੱਚ ਨਾਲ ਤੁਸੀਂ ਕੀ ਹੈ ਉਸ ਨੂੰ ਆਪਣੇ ਆਪ ਤੋਂ ਦੂਰ ਕਰ ਸਕਦੇ ਹੋ। ਫੋਰ ਐਗਜ਼ਾਮਪਲ ਤੁਸੀਂ ਉੱਥੇ ਇਹ ਕਹਿ ਸਕਦੇ ਹੋ ਕਿ ਕੋਵਿਡ-19 ਦੇ ਵਿੱਚ ਮੈਂ ਉਸ ਨੂੰ ਮਿਲਣਾ ਸੀ, ਬਟ ਅਨਫੋਰਚੂਨੇਟਲੀ ਕੋਵਿਡ-19 ਕਰਕੇ ਸਾਰੀ ਚੀਜ਼ਾਂ ਜਦੋਂ ਕਲੋਜ਼ ਹੋ ਗਈਆਂ ਤਾਂ ਮੈਂ ਉਸ ਨੂੰ ਮਿਲ ਨਹੀਂ ਸਕਿਆ। ਜਾਂ ਫਿਰ ਉਹਨੂੰ ਕੀ ਤੁਸੀਂ ਕਿਸ ਰੀਜ਼ਨ ਕਰਕੇ ਉਹਨੂੰ ਦੂਰ ਕਰ ਸਕਦੇ ਹੋ ਕਿ ਕੋਵਿਡ-19 ਦੇ ਵਿੱਚ ਉਹ ਸਫਰ ਕਰ ਰਿਹਾ ਸੀ ਕੋਵਿਡ-19 ਤੋਂ, ਜਿਸ ਕਰਕੇ ਮੈਂ ਇੱਕ ਉਹਦੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਜਿਹੜੀ ਸੀ ਨਿਊਜ਼ ਸੀ, ਉਹ ਚਾਹੇ ਫੇਕ ਸੀ ਕਿ ਰਿਐਲਿਟੀ ਸੀ, ਉਹ ਸੁਣੀ ਕਿ ਉਹ ਕੀ ਹੈ ਆਪਣਾ ਜਿਹੜਾ ਸਿੰਗਿੰਗ ਕਰੀਅਰ ਹੈ ਉਸ ਨੂੰ ਛੱਡ ਰਿਹਾ। ਜਦੋਂ ਇਹ ਮੈਂ ਖਬਰ ਸੁਣੀ ਤਾਂ ਮੈਂ ਬਹੁਤ ਜ਼ਿਆਦਾ ਪੈਂਸਿਵ ਮੂਡ ਚਲਾ ਗਿਆ, ਸੈਡ ਹੋ ਗਿਆ, ਕਿਉਂਕਿ ਮੇਰਾ ਫੇਵਰਿਟ ਸਿੰਗਰ ਸੀ। ਬਿਕੋਜ਼ ਉਸ ਤੋਂ ਪਹਿਲਾਂ ਉਸਨੇ ਕੁਝ ਹਫ਼ਤੇ ਪਹਿਲਾਂ ਹੀ ਆਪਣੀ ਅਪਡੇਟ ਪਾਈ ਸੀ ਸੋਸ਼ਲ ਮੀਡੀਆ ਦੇ ਉੱਤੇ ਕਿ ਉਹ ਇੱਕ ਨਵੀਂ ਮੂਵੀ ਲੈ ਕੇ ਆ ਰਿਹਾ ਹੈ। ਬਟ ਜਦੋਂ ਮੈਂ ਇਹ ਖਬਰ ਸੁਣੀ ਤਾਂ ਮੈਂ ਕੀ ਹੈ ਬਹੁਤ ਜ਼ਿਆਦਾ ਸੈਡ ਹੋ ਗਿਆ, ਫੀਲਿੰਗ ਬਲੂ ਅਪਸੈਟ ਮੈਂ ਫੀਲ ਕੀਤਾ। ਦੈਨ ਤੁਸੀਂ ਉਸ ਤੋਂ ਬਾਅਦ ਕੀ ਕਹਿਣਾ ਕਿ 3 ਹਫ਼ਤੇ ਬਾਅਦ ਜਾਂ 4 ਹਫ਼ਤੇ ਬਾਅਦ ਮੈਨੂੰ ਪਤਾ ਲੱਗਿਆ ਕਿ ਉਹ ਕੀ ਹੈ ਉਸਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਕੀ ਹੈ ਅਪਡੇਟ ਪਾਈ ਕਿ ਉਹ ਕੀ ਹੈ ਹੁਣ ਬਹੁਤ ਵਧੀਆ ਮਹਿਸੂਸ ਕਰ ਰਿਹਾ ਹੈ, ਉਹ ਰਿਕਵਰ ਕਰ ਰਿਹਾ ਉਸ ਪ੍ਰੋਬਲਮ ਦੇ ਉੱਤੋਂ, ਤੇ ਉਹਨੇ ਇੱਕ ਡੇਟ ਅਨਾਉਂਸ ਕੀਤੀ ਜਿਸ ਵਿੱਚ ਉਹਦੀ ਅਪਕਮਿੰਗ ਮੂਵੀ ਇੱਕੋ ਮਿੱਕੇ ਸੀ ਜਿਹੜੀ ਉਹ ਆ ਰਹੀ ਸੀ। ਜਦੋਂ ਮੈਂ ਉਸ ਬਾਰੇ ਸੁਣਿਆ ਤਾਂ ਮੈਂ ਕੀ ਕਲਾਉਡ9 ਤੇ ਚਲਾ ਗਿਆ ਸਾਰਾ ਕੁਝ। ਫਿਰ ਰੀਸੈਂਟਲੀ ਜਦੋਂ ਤੁਸੀਂ ਉਸ ਨੂੰ ਮਿਲੇ ਤਾਂ ਉਸ ਦੇ ਬਿਹੇਵੀਅਰ ਬਾਰੇ, ਫਿਰ ਤੁਸੀਂ ਕਹਿੰਦੇ ਕਿ ਜਦੋਂ ਮੈਂ ਉਸ ਨੂੰ ਮੈਰਿਜ ਦੇ ਉੱਤੇ ਮਿਲਿਆ ਤਾਂ ਮੈਂ ਉਹਦੇ ਸੌਂਗਸ ਦੇ ਉੱਤੇ ਡਾਂਸ ਕੀਤਾ, ਉਹਨਾਂ ਨਾਲ ਪਿਕਚਰਸ ਕਲਿੱਕ ਕੀਤੀਆਂ, ਸੈਲਫੀ ਕਲਿੱਕ ਕੀਤੀਆਂ, ਪਲੱਸ ਰੀਸੈਂਟਲੀ ਸਾਡੇ ਕੀ ਹੈ ਟਾਊਨ ਦੇ ਵਿੱਚ ਵੀ ਵਿਜ਼ਿਟ ਕਰਕੇ ਗਿਆ ਜਿੱਥੇ ਉਹਨੇ ਕੀ ਇੱਕ ਐਨਜੀਓ ਓਪਨ ਕੀਤਾ, ਮੈਂ ਵੀ ਉਸ ਐਨਜੀਓ ਦਾ ਇੱਕ ਮੈਂਬਰ ਹਾਂ, ਵਲੰਟੀਅਰ ਹਾਂ ਠੀਕ ਹੈ। ਦੈਨ ਤੁਸੀਂ ਉਸ ਤੋਂ ਬਾਅਦ ਕਹਿ ਦੇਣਾ ਕਿ ਇਹ ਪਰਸਨ ਹੈ ਜਿਹੜਾ ਕਿ ਸਾਡੀ ਕੰਟਰੀ ਨੂੰ, ਪੰਜਾਬ ਨੂੰ ਕੀ ਹੈ ਨੈਸ਼ਨਲ ਲੈਵਲ ਦੇ ਉੱਤੇ, ਇੰਟਰਨੈਸ਼ਨਲ ਲੈਵਲ ਦੇ ਉੱਤੇ ਕੀ ਹੈ ਰੀਪ੍ਰੈਜ਼ੈਂਟ ਕਰਦਾ ਹੈ ਆਪਣੇ ਸੌਂਗਸ ਦੇ ਜ਼ਰੀਏ। ਸੋ ਫਾਈਨਲੀ ਫਿਰ ਤੁਸੀਂ ਆਪਣੇ ਕੰਕਲੂਜਨ ਦੇ ਵਿੱਚ ਉਸ ਨੂੰ ਫਾਈਨਲ ਟੱਚ ਦੇ ਦੇਣਾ ਜੋ ਕਿ ਆਲਰੇਡੀ ਬਣਿਆ ਹੋਇਆ। ਸੋ ਇਦਾਂ ਹੀ ਹੈ ਜਿਹੜੇ ਵੀ ਪਰਸਨ ਬਾਰੇ ਜਦੋਂ ਵੀ ਕੋਈ ਆ ਜੇ ਜਦੋਂ ਵੀ ਕੋਈ ਚੀਜ਼ ਆ ਜਾਏ ਤਾਂ ਤੁਸੀਂ ਇਸ ਤਰ੍ਹਾਂ ਆਪਣੇ ਪਰਸਨ ਬਾਰੇ ਡਿਸਕ੍ਰਾਈਬ ਕਰ ਦੇਣਾ। ਪਹਿਲਾਂ ਤੁਹਾਡਾ ਪਰਸਨ ਕਿੱਦਾਂ ਫੇਵਰਿਟ ਬਣਿਆ, ਫਿਰ ਫੇਵਰਿਟ ਬਣਨ ਤੋਂ ਬਾਅਦ ਉਸ ਨੂੰ ਆਪਣੇ ਆਪ ਤੋਂ ਦੂਰ ਕਰ ਦੇਣਾ। ਫੋਰ ਐਗਜ਼ਾਮਪਲ ਅਗਰ ਤੁਹਾਨੂੰ ਤੁਹਾਡਾ ਕੋਈ ਬੈਸਟ ਫਰੈਂਡ ਬਾਰੇ ਗੱਲ ਆ ਜਾਂਦੀ ਹੈ ਕਿ ਤੁਹਾਡਾ ਕੋਈ ਬੈਸਟ ਫਰੈਂਡ ਬਾਰੇ ਡਿਸਕ੍ਰਾਈਬ ਕਰੋ, ਜਾਂ ਫਿਰ ਤੁਹਾਡਾ ਕੋਈ ਗ੍ਰੈਂਡਫਾਦਰ ਜਾਂ ਕੋਈ ਫੈਮਿਲੀ ਮੈਂਬਰ ਬਾਰੇ ਡਿਸਕ੍ਰਾਈਬ ਕਰੋ, ਤਾਂ ਉਸ ਨੂੰ ਤੁਸੀਂ ਆਪਣੇ ਆਪ ਤੋਂ ਕਿੱਦਾਂ ਦੂਰ ਕਰੋਗੇ। ਤਾਂ ਕੋਵਿਡ-19 ਦੇ ਵਿੱਚ ਕਹਿ ਦੋ ਕਿ ਉਹ ਕੋਵਿਡ-19 ਤੋਂ ਸਫਰ ਕਰ ਰਿਹਾ ਸੀ, ਜਿਸ ਕਰਕੇ ਕੀ ਹੈ ਉਹਨੂੰ 14 ਡੇਜ਼ ਲਈ ਕੁਆਰੰਟਾਈਨ ਕਰ ਦਿੱਤਾ ਗਿਆ। ਮੇਰੀ ਉਹਦੇ ਨਾਲ ਗੱਲ ਨਹੀਂ ਹੋਈ, ਉਸ ਵੇਲੇ ਮੈਂ ਬਹੁਤ ਜ਼ਿਆਦਾ ਅਪਸੈਟ ਸੀ, ਮੈਨੂੰ ਉਹਦੀ ਇੰਪੋਰਟੈਂਟ ਰਿਅਲਾਈਜ਼ ਹੋਈ ਕਿ ਉਹਦੀ ਮੇਰੀ ਲਾਈਫ ਦੇ ਵਿੱਚ ਕੀ ਇੰਪੋਰਟੈਂਸ ਸੀ। ਇੱਥੇ ਅਗਰ ਆਪਾਂ ਗੱਲ ਕਰੀਏ, ਅਗਰ ਆਪਾਂ ਨੂੰ ਕੋਈ ਵੀ ਪੈਟ ਐਨੀਮਲ ਆਏਗਾ, ਡਿਸਕ੍ਰਾਈਬ ਯੂਰ ਫੇਵਰਿਟ ਪੈਟ ਐਨੀਮਲ ਆ ਗਿਆ, ਤਾਂ ਫੇਵਰਿਟ ਪੈਟ ਐਨੀਮਲ ਦੇ ਵਿੱਚ ਉਹ ਕਿੱਦਾਂ ਬਣਿਆ, ਕਿਉਂਕਿ ਉਹ ਨੌਨ ਲਿਵਿੰਗ ਹੀ ਹੈ, ਉਸ ਨੂੰ ਤੁਸੀਂ ਮਾਰਕੀਟ ਦੇ ਵਿੱਚੋਂ ਵੀ ਖਰੀਦ ਕੇ ਲਿਆ ਸਕਦੇ ਹੋ, ਨਹੀਂ ਤਾਂ ਫਰੈਂਡ ਨਾਲ ਲਿੰਕ ਕਰਕੇ ਵੀ ਤੁਸੀਂ ਕਰ ਸਕਦੇ ਹੋ। ਬਟ ਸੈਕਿੰਡ ਸਟੋਰੀ ਦੇ ਵਿੱਚ ਉਹਨੂੰ ਆਪਾਂ ਆਪਣੇ ਆਪ ਤੋਂ ਦੂਰ ਕਿੱਦਾਂ ਕਰਨਾ ਕਿ ਉਹਦਾ ਕੀ ਹੈ ਐਕਸੀਡੈਂਟ ਹੋ ਗਿਆ, ਡੌਗ ਦਾ ਐਕਸੀਡੈਂਟ ਹੋ ਗਿਆ, ਜਿਸ ਕਰਕੇ ਕਿ ਉਹ ਬਹੁਤ ਜ਼ਿਆਦਾ ਪੇਨ ਦੇ ਵਿੱਚ ਸੀ, ਉਹਨੇ ਖਾਣਾ ਨਹੀਂ ਖਾਧਾ ਕੁਝ ਸਮੇਂ ਲਈ, ਉਦੋਂ ਮੈਂ ਬਹੁਤ ਜ਼ਿਆਦਾ ਅਪਸੈਟ ਹੋ ਗਿਆ। ਫਿਰ ਉਹਨੇ ਜਦੋਂ ਰਿਕਵਰ ਕੀਤਾ ਦੈਨ ਹੁਣ ਅਗਰ ਆਪਣਾ ਇਹੀ ਕੋਈ ਵਾਈਲਡ ਐਨੀਮਲ ਆ ਜਾਂਦਾ ਹੈ, ਟਾਈਗਰ ਆ ਜਾਂਦਾ ਹੈ, ਡਿਸਕ੍ਰਾਈਬ ਯੂਰ ਫੇਵਰਿਟ ਵਾਈਲਡ ਐਨੀਮਲ, ਉਹ ਤੁਸੀਂ ਟਾਈਗਰ, ਲਾਇਨ ਜੋ ਵੀ ਤੁਸੀਂ ਕਹਿਣਾ, ਤਾਂ ਉਸ ਨੂੰ ਆਪਣੇ ਆਪ ਤੋਂ ਕਿੱਦਾਂ ਦੂਰ ਕਰਨਾ। ਤਾਂ ਉੱਥੇ ਤੁਸੀਂ ਇਹ ਤਾਂ ਕਹਿ ਨਹੀਂ ਸਕਦੇ ਕਿ ਮੈਂ ਉਸ ਨੂੰ ਘਰ ਦੇ ਵਿੱਚ ਰੱਖਿਆ ਹੋਇਆ ਸੀ, ਤਾਂ ਤੁਸੀਂ ਉੱਥੇ ਉਹਨੂੰ ਕੀ ਕਹਿਣਾ ਹੈ ਕਿ ਮੈਂ ਉਸ ਨੂੰ ਆਪਣੇ ਆਪ ਤੋਂ ਕਿੱਦਾਂ ਦੂਰ ਕਰਨਾ ਕਿ ਹੇਅਰ ਆਈ ਵੁੱਡ ਲਾਈਕ ਟੂ ਐਡ ਦੈਟ these days these kind of creatures are on the edge of extinction, on the edge of disappearing। ਕਾਹਦੇ ਕਰਕੇ? ਹੰਟਿੰਗ ਕਰਕੇ, ਡੀਫੋਰੈਸਟੇਸ਼ਨ ਕਰਕੇ ਠੀਕ ਹੈ, ਤਾਂ ਹਿਊਮਨ ਐਕਟੀਵਿਟੀਜ਼ ਕਰਕੇ। ਇਸ ਕਰਕੇ ਕੀ ਹੈ ਸਾਡੀ ਜਿਹੜੀ ਬਾਇਓਲੋਜੀਕਲ ਚੇਨ ਹੈ ਜਾਂ ਫਿਰ ਫੂਡ ਚੇਨ ਹੈ ਉਹ ਕੀ ਹੈ ਡਿਸਟਰਬ ਹੁੰਦੀ ਜਾ ਰਹੀ, ਇਕੋਲੋਜੀਕਲ ਜਿਹੜਾ ਬੈਲੈਂਸ ਹੈ ਉਹ ਡਿਸਟਰਬ ਹੁੰਦਾ ਜਾ ਰਿਹਾ। ਇਦਾਂ ਤੁਸੀਂ ਉਸ ਨੂੰ
ਆਪਣੇ ਆਪ ਤੋਂ ਦੂਰ ਕਰਨਾ ਤੇ ਲਾਸਟ ਦੇ ਵਿੱਚ ਉਹਨੂੰ ਆਪਣੀ ਲਾਈਫ ਦੇ ਵਿੱਚ ਵਾਪਸ ਕਿੱਦਾਂ ਲੈ ਕੇ ਆਉਣਾ, ਤਾਂ ਉੱਥੇ ਆਪਣੀ ਲਾਈਫ ਦੀ ਨਹੀਂ ਸਾਰੇ এনवायरमेंट ਦੇ ਵਿੱਚ ਤੁਸੀਂ ਵਾਪਸ ਲੈ ਕੇ ਆਉਣਾ ਹੈ। ਸਿਰਫ ਕੀ ਕਹਿ ਕੇ ਕਿ ਹੇਅਰ ਆਈ ਵੁੱਡ ਲਾਈਕ ਟੂ ਐਡ ਦੈਟ ਗਵਰਨਮੈਂਟ ਨੂੰ ਕੀ ਹੈ ਸਾਰੇ ਸੁਜੈਸ਼ਨ ਦੇ ਦੇਣਾ ਕਿ ਗਵਰਨਮੈਂਟ ਨੂੰ ਕੀ ਕਰਨਾ ਚਾਹੀਦਾ ਹੈ, ਠੀਕ ਹੈ, ਅਫੋਰੈਸਟੇਸ਼ਨ ਹੋਣੀ ਚਾਹੀਦੀ ਹੈ, ਹੰਟਿੰਗ ਬੈਨ ਕਰ ਦੇਣੀ ਚਾਹੀਦੀ ਹੈ। ਲਾਸਟ ਦੇ ਉੱਤੇ ਕੀ ਫਾਈਨਲ ਟੱਚ ਦੇ ਦੇਣਾ ਹੈ ਕਿਉਂਕਿ ਜਿਹੜੇ ਉਹ ਐਨੀਮਲ ਨੇ, ਅਗਰ ਟਾਈਗਰ ਦੀ ਗੱਲ ਕਰੀਏ ਤਾਂ ਮੇਰਾ ਕੀ ਹੈ ਨੈਸ਼ਨਲ ਐਨੀਮਲ ਹੈ ਇੰਡੀਆ ਦਾ, ਠੀਕ ਹੈ। ਉਸ ਤਰ੍ਹਾਂ ਮੈਂ ਉਹ ਤੋਂ ਬਹੁਤ ਸਾਰੀਆਂ ਉਹਦੇ ਐਟੀਟਿਊਡ ਤੋਂ ਉਹਦੇ ਤੋਂ ਬਹੁਤ ਸਾਰੀ ਜਿਹੜੀ ਕੁਆਲਿਟੀਜ਼ ਨੇ ਮੈਨੂੰ ਕੀ ਹੈ ਬਹੁਤ ਜ਼ਿਆਦਾ ਇੰਪ੍ਰੈਸ ਕਰਦੀ। ਸੋ ਇਸ ਤਰ੍ਹਾਂ ਦੇ ਜਿੰਨੇ ਵੀ ਕਿਊ ਕਾਰਡਸ ਨੇ ਉਹਨਾਂ ਨੂੰ ਤੁਸੀਂ ਇਦਾਂ ਐਕਸਪਲੇਨ ਕਰਨਾ। ਬਟ ਅਗਰ ਕਦੇ ਕੋਈ ਵੀ ਤੁਹਾਡਾ ਇਲੈਕਟ੍ਰੋਨਿਕ ਡਿਵਾਈਸ ਆ ਗਿਆ, ਫੇਵਰਿਟ ਇਲੈਕਟ੍ਰੋਨਿਕ ਡਿਵਾਈਸ ਆ ਗਿਆ, ਤਾਂ ਉਹਦੇ ਵਿੱਚ ਫਸਟ ਸਟੋਰੀ ਦੇ ਵਿੱਚ ਕਿੱਦਾਂ ਤੁਸੀਂ ਉਸ ਨੂੰ ਖਰੀਦਿਆ, ਕਿੱਦਾਂ ਤੁਸੀਂ ਉਸ ਡਿਵਾਈਸ ਤੋਂ ਇਨਫਲੂਐਂਸ ਹੋ ਕੇ ਉਹ ਬਾਏ ਐਂਡ ਬਾਏ ਯੂਜ਼ ਕਰਨ ਤੋਂ ਬਾਅਦ ਤੁਹਾਡਾ ਫੇਵਰਿਟ ਬਣ ਗਿਆ। ਸੈਕੰਡ ਸਟੋਰੀ ਦੇ ਵਿੱਚ ਉਹਨੂੰ ਆਪਣੇ ਆਪ ਤੋਂ ਕਿੱਦਾਂ ਦੂਰ ਕਰਨਾ ਹੈ। ਹੁਣ ਕੋਈ ਵੀ ਇਲੈਕਟ੍ਰੋਨਿਕ ਜਿਹੜਾ ਡਿਵਾਈਸ ਹੈ ਉਹ ਹਮੇਸ਼ਾ ਕੀ ਹੈ ਆਊਟ ਆਫ ਆਰਡਰ ਹੁੰਦਾ ਹੈ, ਠੀਕ ਹੈ। ਤਾਂ ਆਊਟ ਆਫ ਆਰਡਰ ਤੁਸੀਂ ਕਹਿਣਾ ਕਿ ਹਾਂ ਉਹ ਕੀ ਹੈ ਆਊਟ ਆਫ ਆਰਡਰ ਹੋ ਗਿਆ, ਕੰਮ ਕਰਨਾ ਛੱਡ ਗਿਆ। ਫਿਰ ਉਹਨੂੰ ਮੈਂ ਕੀ ਰਿਪੇਅਰ ਸ਼ਾਪ ਤੇ ਦਿੱਤਾ, ਜਦੋਂ ਮੈਂ ਉਸ ਨੂੰ ਰਿਪੇਅਰ ਸ਼ਾਪ ਦੇ ਉੱਤੇ ਦਿੱਤਾ ਤਾਂ ਉਸ ਤੋਂ ਬਾਅਦ ਉਹਨੂੰ ਕੀ ਹੈ 2 ਹਫ਼ਤੇ ਜਾਂ 3 ਹਫ਼ਤੇ ਲੱਗਣੇ ਸੀ ਰਿਪੇਅਰ ਵਾਸਤੇ। ਉਸ ਸਮੇਂ ਦੌਰਾਨ ਮੈਨੂੰ ਫੀਲ ਹੋਇਆ ਕਿ ਯਾਰ ਉਹਦੀ ਕਿੰਨੀ ਇੰਪੋਰਟੈਂਸ ਸੀ ਮੇਰੀ ਲਾਈਫ ਦੇ ਵਿੱਚ। ਇਦਾਂ ਹੀ ਅਗਰ ਆਪਾਂ ਆਪਣੇ ਵਹੀਕਲ ਦੀ ਗੱਲ ਕਰੀਏ ਤਾਂ ਵਹੀਕਲ ਲਈ ਤੁਸੀਂ ਵਰਡ ਯੂਜ਼ ਕਰੋਗੇ ਬ੍ਰੋਕਨ ਡਾਊਨ। ਪਾਸਟ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਬ੍ਰੋਕ ਡਾਊਨ ਹੋ ਗਿਆ ਜਾਂ ਫਿਰ ਕੀ ਹੈ ਐਟ ਬ੍ਰੋਕਨ ਡਾਊਨ ਕਰਕੇ ਤੁਸੀਂ ਉਸ ਨੂੰ ਕੀ ਹੈ ਕਹਿ ਦੇਣਾ ਕਿ ਸੈਕੰਡ ਸਟੋਰੀ ਦੇ ਵਿੱਚ ਕੀ ਬ੍ਰੋਕਨ ਡਾਊਨ ਹੋ ਗਿਆ। ਫਿਰ ਉਹਨੂੰ ਮਕੈਨਿਕ ਕੋਲ ਲੈ ਕੇ ਗਿਆ, ਮਕੈਨਿਕ ਨੇ ਕਿਹਾ ਕਿ ਇਹਨੂੰ ਹਫਤਾ 10 ਦਿਨ ਲੱਗਣਗੇ। ਫਿਰ ਉਸ ਸਮੇਂ ਦੇ ਵਿੱਚ ਜੋ ਤੁਸੀਂ ਬੈਡ ਫੀਲ ਕੀਤਾ, ਤੁਹਾਡਾ ਟਾਈਮ ਹੈ ਜਿਹੜਾ ਮੈਨੇਜ ਨਹੀਂ ਹੋਇਆ, ਉਹ ਸਾਰੀਆਂ ਚੀਜ਼ਾਂ ਕਰਕੇ ਜਿਹੜੀਆਂ ਚੀਜ਼ਾਂ ਤੁਸੀਂ ਫੀਲ ਕੀਤੀਆਂ ਉਹ ਆਪਾਂ ਸੈਕੰਡ ਸਟੋਰੀ 'ਚ ਦੱਸ ਦੇਣਾ। ਜਦੋਂ ਵਾਪਸ ਤੁਹਾਡੀ ਜ਼ਿੰਦਗੀ ਦੇ ਵਿੱਚ ਫੇਰ ਆਇਆ ਫਿਰ ਤੁਸੀਂ ਖੁਸ਼ੀ ਮਹਿਸੂਸ ਕੀਤੀ ਤੇ ਲਾਸਟ ਦੇ ਉੱਤੇ ਤੁਸੀਂ ਇਸ ਨੂੰ ਕਨਕਲੂਜਨ ਦੇ ਨਾਲ ਫਾਈਨਲ ਟੱਚ ਦੇ ਦੇਣਾ। ਸੋ ਹੋਪ ਤੁਹਾਨੂੰ ਇਹ ਜਿਹੜਾ ਫਾਰਮੂਲਾ ਆ ਉਹ ਪ੍ਰੋਪਰ ਸਮਝ ਆਇਆ ਹੋਊਗਾ। ਸੋ ਅੱਜ ਤੋਂ ਬਾਅਦ ਜਿੰਨੇ ਵੀ ਤੁਹਾਡੇ ਫੇਵਰਿਟ ਰਿਲੇਟਡ ਕਿਊ ਕਾਰਡਸ ਨੇ ਜਿਨ੍ਹਾਂ ਵਿੱਚ ਤੁਹਾਨੂੰ ਪੁੱਛਿਆ ਗਿਆ, ਅਗਰ ਉਹਨਾਂ ਨੇ ਐਗਜ਼ਾਮ ਨੇ ਤੁਹਾਨੂੰ ਡਾਇਰੈਕਟ ਪੁੱਛ ਲਿਆ ਡਿਸਕ੍ਰਾਈਬ ਯੂਅਰ ਫੇਵਰਿਟ, ਤਾਂ ਤੁਸੀਂ ਡਾਇਰੈਕਟ ਤੋਂ ਤੁਹਾਨੂੰ ਪਤਾ ਲੱਗ ਜਾਊਗਾ ਕਿ ਹਾਂ ਫੇਵਰਿਟ ਹੈ। ਕਈ ਵਾਰ ਕੁਐਸਚਨ ਨੂੰ ਘੁਮਾ ਕੇ ਪੁੱਛ ਲੈਂਦੇ ਨੇ ਡਿਸਕ੍ਰਾਈਬ ਅ ਪਰਸਨ ਵਿਦ whom you like to spend your time, describe a place you visit regularly, describe an activity you love to do। ਸੋ ਇਦਾਂ ਵਾਲੇ ਜਿੰਨੇ ਵੀ ਕਿਊ ਕਾਰਡਸ ਨੇ, ਹੁਣ ਨਵੀਂ ਕਿਊ ਕਾਰਡ ਲਿਸਟ ਆ ਚੁੱਕੀ ਹੈ ਦਸੰਬਰ ਵਾਲੀ ਜਿਹੜੀ ਆਈ ਹੈ ਸੈਪਟੈਂਬਰ ਤੋਂ ਦਸੰਬਰ ਵਾਲੀ, ਤਾਂ ਉਸ ਦੇ ਵਿੱਚ ਜਿੰਨੇ ਆਲਮੋਸਟ ਨਿਊ ਕਿਊ ਕਾਰਡਸ ਨੇ ਉਹਨਾਂ ਵਿੱਚ ਕੀ ਹੈ ਫੇਵਰਿਟ ਆਪਾਂ ਜਿਹੜਾ ਫਾਰਮੂਲਾ ਹੈ ਉਸ ਨੂੰ ਇੰਪਲੀਮੈਂਟ ਕਰਾਂਗੇ। ਸੋ ਮੈਂ ਅਗਲੀ ਵੀਡੀਓਜ਼ ਦੇ ਵਿੱਚ ਜਿਹੜੇ ਵੀ ਉਸ ਕਿਊ ਕਾਰਡ ਲਿਸਟ ਦੇ ਵਿੱਚ ਨਵੇਂ ਕਿਊ ਕਾਰਡਸ ਆਏ ਨੇ ਉਹਨਾਂ ਉੱਤੇ ਵੀਡੀਓ ਲੈ ਕੇ ਆਉਂਗਾ ਜਿਹਦੇ ਵਿੱਚ ਕੀ ਹੈ ਮੈਂ ਫੇਵਰਿਟ ਜਿਹੜਾ ਫਾਰਮੂਲਾ ਹੈ ਉਸ ਨੂੰ ਇੰਪਲੀਮੈਂਟ ਕਰਕੇ ਤੁਹਾਡੇ ਸਾਹਮਣੇ ਲੈ ਕੇ ਆਉਂਗਾ। ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਸੋ ਹੋਪ ਤੁਹਾਨੂੰ ਇਹ ਜਿਹੜਾ ਪੈਟਰਨ ਹੈ ਉਹ ਪ੍ਰੋਪਰ ਚੰਗੀ ਤਰ੍ਹਾਂ ਸਮਝ ਆ ਗਿਆ ਹੋਊਗਾ। ਥੈਂਕ ਯੂ, ਬਾਏ ਬਾਏ।